ਸਤਿ ਸ਼੍ਰੀ ਅਕਾਲ ਦੋਸਤੋ, ਹਨੀ ਵਾਲੀਆ ਸ਼ੋਜ਼ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ। ਤੁਹਾਨੂੰ ਅਸੀਂ ਘਰੇ ਬੈਠੇ ਬਿਠਾਏ ਕਿਸੇ ਵੀ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਐਕਸਪਰਟ ਆਉਂਦੇ ਨੇ, ਤੁਹਾਨੂੰ ਇੱਕ ਇਨਫੋਰਮੇਸ਼ਨ ਦਿੰਦੇ ਨੇ, ਚਾਹੇ ਉਹ ਪ੍ਰੋਪਰਟੀ ਦੇ ਨਾਲ ਮਿਲਦੀ ਜੁਲਦੀ ਹੋਵੇ, ਚਾਹੇ ਇਮੀਗ੍ਰੇਸ਼ਨ ਦੇ ਨਾਲ, ਜਿੱਦਾਂ ਕਿਸੇ ਵੀ ਢੰਗ ਦੇ ਵੀਜ਼ਾਸ ਦੇ ਉੱਤੇ ਗੱਲਬਾਤ ਹੋਵੇ, ਚਾਹੇ ਇੰਸ਼ੋਰੈਂਸ ਦੇ ਉੱਤੇ ਗੱਲਬਾਤ ਹੋਵੇ। ਤੁਸੀਂ ਸਾਡੇ ਇਹਨਾਂ ਹਨੀ ਵਾਲੀਆ ਸ਼ੋਜ਼ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ, ਤੁਸੀਂ ਆਪਣੇ ਬਿਜ਼ਨਸ ਦੇ ਬਾਰੇ ਵਿੱਚ ਜਾਣਕਾਰੀ ਦੇਣਾ ਚਾਹੁੰਦੇ ਹੋ, ਤੁਹਾਡਾ ਅਸੀਂ ਵੈਲਕਮ ਕਰਦੇ ਹਾਂ ਇਸ ਪਲੇਟਫਾਰਮ ਦੇ ਰਾਹੀਂ। ਹਨੀ ਵਾਲੀਆ ਸ਼ੋਜ਼ ਨੂੰ ਤੁਸੀਂ ਸਾਡੇ YouTube ਚੈਨਲ ਹਨੀ ਵਾਲੀਆ ਸ਼ੋਜ਼ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਦਾ ਬਟਨ ਦਬਾ ਕੇ, ਤਾਂ ਕਿ ਤੁਹਾਨੂੰ ਜਿਹੜੀਆਂ ਡੇਲੀ ਸਾਡੀ ਵੀਡੀਓਜ਼ ਪੈ ਰਹੀਆਂ ਨੇ ਤੁਹਾਨੂੰ ਅਪਡੇਟ ਹੁੰਦਾ ਰਹੇ। ਅੱਜ ਦਾ ਜਿਹੜਾ ਹੈਗਾ ਇਸ ਸ਼ੋਅ ਦੇ ਵਿੱਚ ਅਸੀਂ ਅੱਜ ਦਾ ਟੌਪਿਕ ਰੱਖਿਆ, ਜਿੱਦਾਂ ਅਸੀਂ ਸੋਚਦੇ ਹਾਂ ਨਾ ਵੀ ਹਰ ਬੰਦੇ ਦੀ ਇੱਕ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ ਕਿ ਮੇਰਾ ਸੁਪਨਿਆਂ ਦਾ ਘਰ ਬਣ ਜਾਵੇ, ਮੇਰਾ ਆਪਣਾ ਘਰ ਬਣ ਜਾਵੇ। ਅਸੀਂ ਪਹਿਲਾਂ ਆਪਣੇ ਪਿੰਡ ਸ਼ਹਿਰ ਛੱਡ ਕੇ ਆਉਂਦੇ ਹਾਂ ਤੇ ਇਹਨਾਂ ਅਸੀਂ ਕੰਟਰੀਜ਼ ਦੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਸੀਂ ਵਸੇ ਹੋਏ ਹਾਂ, ਕਿਸੇ ਸਿਟੀ ਦੇ ਵਿੱਚ ਵਸੇ ਹੋਏ ਹਾਂ ਤੇ ਅਸੀਂ ਸਾਲਾਂ ਪ੍ਰਤੀ ਮਿਹਨਤ ਕਰਕੇ ਅਸੀਂ ਸੋਚਦੇ ਹਾਂ ਕਿ ਸਾਡਾ ਆਪਣਾ ਘਰ ਬਣੇ। ਲੇਕਿਨ ਤੁਹਾਨੂੰ ਪਤਾ ਕਿ ਇੱਥੇ ਹਰ ਇੱਕ ਬੰਦਾ ਘਰ ਲੈਣ ਦੇ ਲਈ ਉਹਨੂੰ ਇੱਕ ਜਿਹੜੀ ਜ਼ਰੂਰਤ ਹੈਗੀ ਹੈ, ਬਹੁਤ ਮੁੱਢਲੀ ਜਿਹੜੀ ਜ਼ਰੂਰਤ ਹੈਗੀ ਹੈ, ਮੋਰਗੇਜ, ਜਿਹਨੂੰ ਅਸੀਂ ਲੋਨ ਕਹਿ ਦਿੰਦੇ ਹਾਂ ਸਿੰਪਲ ਵਰਡਸ ਦੇ ਵਿੱਚ। ਮੋਰਗੇਜ ਇੱਥੇ ਆਮ ਤੌਰ ਤੇ ਵਰਤਿਆ ਜਾਂਦਾ। ਮੋਰਗੇਜ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਉਹਦੇ ਲਈ ਅਸੀਂ ਇੱਥੇ ਜਿਹੜਾ ਹੈਗਾ ਐਡਮਿੰਟਨ ਦੇ ਵਿੱਚ ਜਿਹੜੇ ਕਿ ਮੋਰਗੇਜ ਡਿਵੈਲਪਮੈਂਟ ਆਫਿਸਰ ਨੇ, ਕਾਫੀ ਸਾਲਾਂ ਤੋਂ ਇੱਥੇ ਸਾਡੇ ਜਿਹੜੇ ਹੈਗੇ ਨੇ ਵਿਊਅਰਸ ਨੇ, ਕਾਫੀ ਲੋਕਾਂ ਦਾ, ਸਾਡੇ ਕਮਿਊਨਿਟੀ ਦਾ, ਹਰ ਇੱਕ ਖੇਤਰ ਦੇ ਜਿਹੜੇ ਹੈਗੇ ਨੇ ਉਹਨਾਂ ਦਾ ਜਿਹੜੀ ਹੈਗੀ ਆ ਹੈਲਪ ਕਰ ਚੁੱਕੇ ਨੇ। AJ ਵਾਲੀਆ ਜਿਹੜੇ ਕਿ ਤੁਹਾਨੂੰ ਕਈ ਸਾਲਾਂ ਤੋਂ ਮੋਰਗੇਜ ਦੇ ਵਿੱਚ ਮਦਦ ਕਰ ਚੁੱਕੇ ਨੇ, ਕਈਆਂ ਦਾ ਆਪਣਾ ਸੁਪਨਿਆਂ ਦਾ ਘਰ ਦੇਣ ਦੇ ਵਿੱਚ ਉਹਨਾਂ ਨੇ ਮਦਦ ਕੀਤੀ ਹੈ। ਤਾਂ AJ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਸ਼ੋਅ ਦੇ ਵਿੱਚ। ਥੈਂਕ ਯੂ ਹਨੀ ਜੀ। ਤਾਂ AJ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੀ ਜਿਹੜੀ ਇੱਕ ਮੋਰਗੇਜ ਦੀ ਅਹਿਮੀਅਤ ਪੁੱਛਾਂਗੇ, ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਸੁਪਨਾ ਹੁੰਦਾ ਹੈ, ਬਹੁਤ ਵੱਡਾ ਸੁਪਨਾ ਹੁੰਦਾ ਹੈ ਕਿ ਮੈਂ ਆਪਣਾ ਘਰ ਬਣਾ ਸਕਾਂ। ਲੇਕਿਨ ਇੱਥੇ ਆਮ ਤੌਰ ਤੇ ਮੋਰਗੇਜ ਲੈਣੀ, ਮੈਨੂੰ ਲੱਗਦਾ ਵੀ ਹਰ ਇੱਕ ਬੰਦਾ, ਤਕਰੀਬਨ 99% ਬੰਦੇ ਮੋਰਗੇਜ ਲੈਂਦੇ ਹੀ ਲੈਂਦੇ ਨੇ ਆਪਣੇ ਘਰ ਦੇ ਲਈ। ਤਾਂ ਮੋਰਗੇਜ ਕਿੰਨੀ ਕੁ ਇੱਕ ਭੂਮਿਕਾ ਨਿਭਾਉਂਦੀ ਹੈ, ਕਿੰਨੀ ਕੁ ਅਹਿਮੀਅਤ ਹੁੰਦੀ ਹੈ ਇੱਕ ਘਰ ਲੈਣ ਦੇ ਵਿੱਚ? ਮੋਰਗੇਜ ਦਾ ਕਿੱਡਾ ਬੜਾ ਹੱਥ ਹੁੰਦਾ? ਦੇਖੋ ਹਨੀ ਜੀ, ਗੱਲ ਕਰਦੇ ਹਾਂ ਮੌਰਗੇਜ ਤੋਂ। ਮੌਰਗੇਜ ਇੱਕ ਐਸੀ ਚੀਜ਼ ਹੈ ਜੋ ਹਰ ਕਿਸੇ ਦੀ ਬੇਸਿਕ ਨੀਡ ਹੈਗੀ ਹੈ। ਕੋਈ ਵੀ ਘਰ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ ਜੀ। ਹਰ ਇਨਸਾਨ ਨੂੰ ਮਕਾਨ ਸਭ ਤੋਂ ਪਹਿਲਾਂ ਚਾਹੀਦਾ ਹੈ, ਹਰ ਇੱਕ ਜ਼ਰੂਰਤ ਵਾਸਤੇ ਜੀ। ਤੇ ਜੋ ਉਹਦੀ ਮਹੱਤਵਤਾ ਇਸ ਮੁਲਕ 'ਚ ਹੈਗੀ ਹੈ, ਮੈਂ ਉਹਨੂੰ ਕਹੂੰਗਾ ਬਲੈਸਿੰਗ ਹੀ ਹੈ ਸਾਰਿਆਂ ਵਾਸਤੇ। ਕਿਉਂਕਿ ਸਭ ਤੋਂ ਜ਼ਿਆਦਾ ਈਜ਼ੀ ਮੌਰਗੇਜ ਲੈਣੀ ਆਈ ਥਿੰਕ ਕੈਨੇਡਾ 'ਚ ਬਹੁਤ ਈਜ਼ੀ ਹੈਗੀ ਹੈ ਜੀ। ਇੱਥੇ ਐਸੇ ਪਲਾਨਸ ਹੈਗੇ ਆ ਜੋ ਸਾਨੂੰ ਇੰਡੀਆ ਨਹੀਂ ਮਿਲਦੇ ਜੀ। ਇੰਡੀਆ ਅੱਜ ਤੱਕ ਅਸੀਂ ਕਈ ਵਾਰੀ ਸੁਣੀਦਾ, ਦੇਖੀਦਾ ਹੈ ਕਿ ਲੋਨ ਨਹੀਂ ਹੋ ਰਿਹਾ, ਘਰ ਦਾ ਲੋਨ ਲੈਣਾ ਬੜਾ ਔਖਾ ਹੈ। ਉਹ ਸਾਰੀਆਂ ਚੀਜ਼ਾਂ ਦੀ ਇੱਥੇ ਪਾਬੰਦੀਆਂ ਹੈ ਹੀ ਨਹੀਂ ਹੈ ਜੀ। ਬੜੀ ਬੇਸਿਕ ਗਾਈਡਲਾਈਨਸ ਹੈ ਜੋ ਕਿ ਹਰ ਕੋਈ ਉਹਨੂੰ ਮੀਟ ਕਰ ਸਕਦਾ ਹੈ ਜੀ। ਕਿਸੇ ਕੋਲ ਡਾਊਨ ਪੇਮੈਂਟ ਹੈ, ਕਿਸੇ ਕੋਲ ਨਹੀਂ ਹੈ, ਕੋਈ ਉਹਦੇ 'ਚ ਦੁਵਿਧਾ ਵਾਲੀ ਗੱਲ ਨਹੀਂ ਹੈ ਜੀ। ਕਈ ਲੋਕ ਆ ਵੀ ਕਹਿ ਦਿੰਦੇ ਆ ਜੀ ਅਸੀਂ ਜੇ ਨਵੇਂ ਕੈਨੇਡਾ ਆਏ ਆ, ਅਸੀਂ ਰੈਂਟ ਦਈਏ ਕਿ ਡਾਊਨ ਪੇਮੈਂਟ ਸੇਵ ਕਰੀਏ। ਸੋ ਇੱਥੇ ਕਾਫੀ ਪਲਾਨਸ ਉਸ ਚੀਜ਼ ਨੂੰ ਮੱਦੇਨਜ਼ਰ ਦਿੱਤੇ ਗਏ ਆ ਤਾਂ ਕਿ ਇਹ ਬੇਸਿਕ ਨੀਡ ਹਰ ਕਿਸੇ ਦੀ ਪੂਰੀ ਹੋ ਸਕੇ ਜੀ। ਈਵਨ ਕਿ ਗਵਰਨਮੈਂਟ ਨੇ ਕੁਝ ਹੁਣ ਅੱਦਾਂ ਦੇ ਪਲਾਨਸ ਸਪੈਸ਼ਲੀ ਇਸ ਸਾਲ ਲਾਂਚ ਕੀਤੇ ਹੈਗੇ ਜਿਹਦੇ 'ਚ ਉਹ 10% ਡਾਊਨ ਤੁਹਾਨੂੰ ਪੇਮੈਂਟ ਦੇ ਰਿਹਾ, ਕੁਝ 5% ਡਾਊਨ ਦੇ ਰਿਹਾ ਜੀ। ਇਨੀਸ਼ੀਏਟ ਲੈ ਰਹੀ ਹੈ ਕੈਨੇਡੀਅਨ ਗਵਰਨਮੈਂਟਸ, ਕੈਨੇਡੀਅਨ ਬੈਂਕਸ ਉਹ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਜੀ। ਬਿਲਕੁਲ, ਜਿੱਦਾਂ AJ ਜੀ ਨੇ ਦੱਸਿਆ ਕਿ ਜਿਹੜਾ ਕੋਈ ਬੰਦਾ ਹੈਗਾ, ਹਰ ਇੱਕ ਬੇਸਿਕ ਮੁੱਢਲੀ ਜਿਹੜੀ ਹੈਗੀ ਜ਼ਰੂਰਤ ਹੈਗੀ ਹੈ। ਬੜਾ ਵਧੀਆ ਪੁਆਇੰਟ ਹੈਗਾ ਕਿ ਕਈ ਲੋਕੀ ਜਿਹੜੇ ਨਵੇਂ ਵੀ ਆਉਂਦੇ ਨੇ, ਜਿਹੜੇ ਨਵੇਂ ਇਮੀਗ੍ਰੈਂਟ ਹੋ ਕੇ ਆਉਂਦੇ ਨੇ, ਜਾਂ ਕਾਫੀ ਲੋਕ ਨੇ ਜਿਹੜੇ ਕਿ ਆਪਣਾ ਪਹਿਲਾ ਘਰ ਲੈਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ, ਉਹਨਾਂ ਦੇ ਲਈ ਵੀ ਜਿਹੜੀ ਹੈਗੀ ਮੋਰਗੇਜ ਲੈਣੀ ਕਿਸੇ ਨਾ ਕਿਸੇ ਢੰਗ ਦੇ ਨਾਲ ਸੌਖੀ ਹੈਗੀ ਹੈ। ਲੇਕਿਨ ਬਸ਼ਰਤੇ ਇੱਕ ਐਕਸਪਰਟ ਦੀ ਤੁਹਾਨੂੰ ਹੈਲਪ ਜਿਹੜੀ ਹੋ ਜਾਵੇ ਤਾਂ ਵਧੀਆ ਗੱਲ ਹੈ। ਤਾਂ ਸਾਡੇ ਸਾਰੇ ਦਰਸ਼ਕਾਂ, ਉਹਨਾਂ ਦਰਸ਼ਕਾਂ ਦੇ ਲਈ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਕਿ ਅਗਰ ਤੁਸੀਂ ਆਪਣਾ ਘਰ ਲੈਣਾ ਚਾਹੁੰਦੇ ਹੋ, ਤੁਸੀਂ ਨਵੇਂ ਮੂਵ ਹੋਏ ਹੋ, ਤੁਸੀਂ ਕੋਈ ਜੌਬ ਕਰ ਰਹੇ ਹੋ, ਤੁਸੀਂ ਆਪਣਾ ਘਰ ਦੇ ਬਾਰੇ ਸੋਚ ਰਹੇ ਹੋ, ਜਾਂ ਤੁਸੀਂ ਰੈਂਟਲ ਪ੍ਰਾਪਰਟੀ 'ਚ ਰਹਿ ਰਹੇ ਹੋ, ਰੈਂਟ ਤੋਂ ਬਚਣਾ ਚਾਹੁੰਦੇ ਹੋ, ਆਪਣੀ ਪਰਮਾਨੈਂਟ ਐਸੈਟ ਬਣਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਇਸ ਜਿਹੜਾ ਪ੍ਰੋਗਰਾਮ ਤੋਂ ਫਾਇਦਾ ਚੁੱਕ ਸਕਦੇ ਹੋ। ਜਾਂ ਫਿਰ ਤੁਸੀਂ ਡਾਇਰੈਕਟਲੀ AJ ਵਾਲੀਆ ਜੀ ਦੇ ਨਾਲ, ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਸਾਨੂੰ ਆਪਣਾ ਜਿਹੜਾ ਇਸ ਸ਼ੋਅ ਦੇ ਦੌਰਾਨ ਸਾਨੂੰ ਆਪਣਾ ਕੰਟੈਕਟ ਨੰਬਰ ਜਾਂ ਤੁਹਾਡਾ ਕਿਹੜਾ ਸਵਾਲ ਹੈਗਾ, ਤੁਸੀਂ ਕਿਸ ਤਰ੍ਹਾਂ ਦੇ ਘਰ ਦੇ ਬਾਰੇ ਸੋਚ ਰਹੇ ਹੋ, ਕਿਸ ਤਰ੍ਹਾਂ ਦੀ ਮੋਰਗੇਜ ਬਾਰੇ ਸੋਚ ਰਹੇ ਹੋ, ਤੁਸੀਂ ਸਪੈਸ਼ਲੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਨਾ ਸ਼ੋਅ ਦੇ ਰਾਹੀਂ ਆਪਣਾ ਨੰਬਰ ਦੇ ਸਕਦੇ ਹੋ। ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਇਸ ਪ੍ਰੋਗਰਾਮ ਦੇ ਰਾਹੀਂ ਪੁੱਛ ਸਕਦੇ ਹੋ। ਅਸੀਂ AJ ਜੀ ਨੂੰ ਟਾਈਮ ਟੂ ਟਾਈਮ ਬੁਲਾਉਂਦੇ ਰਵਾਂਗੇ ਤਾਂ ਕਿ ਤੁਹਾਡੇ ਜਿਹੜੇ ਮੋਰਗੇਜ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਕਲੀਅਰ ਹੁੰਦੇ ਰਹਿਣ। ਅੱਛਾ AJ, ਤੁਸੀਂ ਸਭ ਤੋਂ ਪਹਿਲਾਂ ਦੱਸੋ, ਜਿੱਦਾਂ ਹੁਣ ਕਿਸੇ ਨੇ ਘਰ ਲੈਣਾ ਹੈਗਾ, ਵੀ ਤੁਸੀਂ ਦੱਸਿਆ ਕਿ ਹਰ ਇੱਕ ਬੰਦੇ ਲਈ ਮੋਰਗੇਜ ਲੈਣੀ ਬਹੁਤ ਇੱਕ ਜਿਹੜੀ ਆਮ ਇੱਕ ਮੁੱਢਲੀ ਜ਼ਰੂਰਤ ਹੈਗੀ ਹੈ। ਮੋਰਗੇਜ ਲੈਣ ਦੇ ਲਈ ਇੱਕ ਨਿਊਲੀ ਇਮੀਗ੍ਰੈਂਟ ਦੀ ਗੱਲ ਕਰ ਲਈਏ ਤੇ ਮੋਰਗੇਜ ਜਦੋਂ ਇੱਕ ਬੰਦਾ ਲੈਂਦਾ ਤਾਂ ਐਵਰੇਜ ਘਰਾਂ ਦੀ ਜਿਹੜੀ ਪਰਸੈਂਟੇਜ ਦੀ ਗੱਲ ਹੁੰਦੀ ਹੈ। ਬੰਦਾ ਕਹਿੰਦਾ ਵੀ ਇੱਕ ਤਾਂ ਮੈਂ ਲੋਨ ਲੈਣਾ, ਜਿਵੇਂ ਆਪਣੇ ਸਾਡੀ ਖਾਸ ਕਮਿਊਨਿਟੀ ਦੇ ਵਿੱਚ ਹੁੰਦਾ ਹੈ ਵੀ ਲੋਨ ਲੈ ਲਿਆ ਯਾਰ, ਸਾਨੂੰ ਕਿਸ਼ਤਾਂ ਬੜੀਆਂ ਪੈ ਜਾਣਗੀਆਂ, ਸਾਨੂੰ ਰੇਟ ਆਫ ਇੰਟਰਸਟ ਬੜਾ ਪੈ ਜਾਏਗਾ, ਹਨਾ, ਲੈਣੇ ਅਸੀਂ 10 ਹੈ ਤੇ ਮੋੜਨੇ ਅਸੀਂ 50 ਨੇ। ਤੇ ਇੱਥੇ ਅਗਰ ਮੋਰਗੇਜ ਦੀ ਗੱਲ ਕਰੀਏ, ਤੁਸੀਂ ਕਿਹਾ ਸੌਖੀ ਹੈ, ਲੇਕਿਨ ਸੌਖੀ ਦੇ ਨਾਲ ਨਾਲ ਵਾਪਸ ਵੀ ਕਰਨੀ ਹੈ ਅਸੀਂ।
ਤਾਂ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਰੇਟ ਆਫ ਇੰਟਰਸਟ ਦੀ ਗੱਲ ਕਰੀ ਜਾਵੇ ਤਾਂ ਉੱਥੇ ਵੀ ਇਹ ਚੀਜ਼ ਸੌਖੀ ਹੈ ਥੋੜੀ ਜਿਹੀ ਵੀ ਹਾਂ ਅਗਰ ਅਸੀਂ ਕੁਝ ਲੈਂਦੇ ਹਾਂ ਅਸੀਂ 10 ਲੈਂਦੇ ਹਾਂ ਤਾਂ ਸਾਨੂੰ 50 ਨਹੀਂ ਮੋੜਨੇ ਪੈਂਦੇ? ਨਹੀਂ ਜੀ, ਦੇਖੋ ਜੀ, ਰੇਟ ਆਫ ਇੰਟਰਸਟ ਦੀ ਗੱਲ ਕੀਤੀ ਜਾਵੇ, ਕੈਨੇਡਾ 'ਚ ਰੇਟ ਆਫ ਇੰਟਰਸਟ ਕਾਫੀ ਘੱਟ ਹੈਗੇ ਆ। ਇੱਥੇ ਇੰਡੀਆ ਵਾਂਗ ਨਹੀਂ ਹੈ ਕਿ 8% ਤੇ ਹੋ ਤੁਸੀਂ ਜਾਂ 10% ਤੇ ਹੋ 11 ਤੇ। ਇੱਥੇ ਰੇਟ ਆਫ ਇੰਟਰਸਟ ਕਾਫੀ ਘੱਟ ਹੈਗੇ ਆ ਜੋ ਕਿ ਕਾਫੀ ਹੈਲਪਫੁਲ ਹੈ। ਬਟ ਇਵੈਂਚੁਅਲੀ ਤੁਸੀਂ ਦੂਸਰੇ ਸਾਈਡ ਤੇ ਕੰਪੇਅਰ ਕਰ ਰਹੇ ਹੋ ਮੇਰੀ ਲਿਵਿੰਗ ਕਾਸਟ ਕੀ ਹੈ, ਤਾਂ ਤੁਸੀਂ ਦੇਖ ਸਕਦੇ ਹੋ ਮੌਰਗੇਜ ਮੈਂ ਇੰਨੀ ਦਿੰਦਾ, ਬਟ ਜੇ ਮੈਂ ਰੈਂਟ ਤੇ ਰਹਿੰਦਾ ਤੇ ਕਿੰਨੇ ਦਿੰਦਾ। ਤੁਸੀਂ ਐਵਰੇਜ ਇੱਕ ਰੈਂਟ ਲਾ ਕੇ ਚੱਲੋ ਇੱਕ ਸਿੰਗਲ ਫੈਮਿਲੀ ਹਾਊਸ ਦਾ 1800-1900 ਹੈਗਾ। ਫਿਰ ਉਹਦੇ ਉੱਪਰ ਯੂਟਿਲਿਟੀਜ਼ ਜੋ ਕਿ ਤੁਹਾਨੂੰ ਆਪਣੀ ਜੇਬ ਚੋਂ ਖੁਦ ਦੇਣੀਆਂ ਪੈਂਦੀਆਂ। ਇੱਥੇ ਸਿਟੀ ਨਾਲ ਤੁਸੀਂ ਡਾਇਰੈਕਟਲੀ ਕੰਟੈਕਟ ਕਰਕੇ ਉਹਨਾਂ ਨਾਲ ਆਪਣਾ ਯੂਟਿਲਿਟੀਜ਼ ਦਾ ਬਿੱਲ ਕਰ ਲੈਂਦੇ ਹੋ, ਜੋ ਕਿ ਐਵਰੇਜ ਹਰ ਇੱਕ ਘਰ ਦਾ 300-400 ਤੋਂ ਹੈ ਹੀ ਹੈ, ਜੋ ਕਿ ਬੇਸਿਕ ਹੈ। ਤੁਸੀਂ ਉਹ ਕਾਸਟ ਨੂੰ ਦੇਖੋ, $2000 ਤੁਸੀਂ ਅਗਰ ਸਪੈਂਡ ਕਰ ਰਹੇ ਹੋ ਸਾਰਾ ਕੁਝ ਰੈਂਟ ਦੇ ਕੇ ਯੂਟਿਲਿਟੀਜ਼ ਦੇ ਕੇ, ਤੁਹਾਡੇ ਕੋਲ ਬਚ ਕੁਝ ਨਹੀਂ ਰਿਹਾ ਉਹਦੇ 'ਚ। ਜੀ ਬਿਲਕੁਲ। ਤਾਂ ਜਿਹੜੀ ਐਕਚੁਅਲ ਸੇਵਿੰਗਸ ਹੈਗੀਆਂ ਉਹ ਹੈਗੀਆਂ ਤੁਹਾਡੇ ਘਰ ਦੀ ਐਕਚੁਅਲ ਐਕੁਇਟੀ। ਸੋ ਤੁਹਾਡੀ ਗੱਲ ਦਾ ਆਨਸਰ ਇਹ ਹੈ ਕਿ ਹਾਂਜੀ 100% ਉਹ ਸੇਵਿੰਗਸ ਹੈ। ਤੁਸੀਂ ਮੌਰਗੇਜ ਕੱਲ ਨੂੰ ਲਓਗੇ ਉਹਦਾ ਬਹੁਤ ਫਾਇਦੇ ਹੈ ਐਂਡ ਜਿੰਨਾ ਕਿ ਤੁਸੀਂ ਰੈਂਟ ਦੇਣਾ ਓਨੀ ਹੀ ਮੌਰਗੇਜ ਬਣਦੀ ਹੈ। ਦੇਖਿਆ ਜਾਵੇ 3-3.5 ਲੱਖ ਤੱਕ ਤੁਹਾਡੀ 14-1500 ਦੇ ਵਿੱਚ ਮੌਰਗੇਜ ਬਹਿ ਜਾਂਦੀ ਹੈ, ਜੋ ਕਿ ਇੱਕ ਫੁੱਲ ਰਿਕੁਆਇਰਮੈਂਟ ਪੂਰੀ ਕਰ ਦਿੰਦੀ ਹੈ। ਇਜ਼ ਅ ਸਟਾਰਟਰ ਫੈਮਿਲੀ ਦੀ 3 ਬੈਡਰੂਮ ਹਾਊਸ ਮਿਲ ਜਾਂਦਾ ਹੈ, ਨਾਲ ਤੁਹਾਨੂੰ ਲਿਵਿੰਗ ਏਰੀਆ ਮਿਲ ਜਾਂਦਾ ਹੈ। ਤੁਸੀਂ ਫਰਦਰ ਬੱਚਿਆਂ ਲਈ ਇੱਕ ਬੇਸਮੈਂਟ ਡਿਵੈਲਪ ਕਰ ਸਕਦੇ ਹੋ। ਹੁਣ ਕਈ ਲੋਕ ਕਹਿੰਦੇ ਆ ਜੀ ਅਸੀਂ ਘਰ ਲੈ ਲਿਆ, ਹੁਣ ਫਰਨੀਚਰ ਲੈ ਲਿਆ, ਅਸੀਂ ਬੇਸਮੈਂਟ ਜੋਗੇ ਪੈਸੇ ਨਹੀਂ ਹੈਗੇ। ਇੱਥੋਂ ਦੀ ਗਵਰਨਮੈਂਟ ਈਵਨ ਤੁਹਾਡੀ ਇਸ ਵਾਸਤੇ ਵੀ ਹੈਲਪ ਕਰ ਦਿੰਦੀ। ਤੁਸੀਂ ਉਹਨੂੰ ਕਹਿੰਦੇ ਆ ਪਰਚੇਸ ਪਲੱਸ ਇੰਪਰੂਵਮੈਂਟਸ, ਜੋ ਕਿ ਤੁਹਾਨੂੰ ਬੈਂਕ ਐਡਵਾਂਸ ਪੈਸੇ ਦੇ ਦਿੰਦਾ ਹੈ ਕਿ ਆਹ ਤੁਹਾਡੇ ਪੈਸੇ ਹੈਗੇ ਜੇ ਤੁਸੀਂ ਬੇਸਮੈਂਟ ਬਣਾਣੀ ਹੈ। ਉਹਦੇ ਵਾਸਤੇ ਤੁਹਾਨੂੰ ਜਿੱਦਾਂ ਹੁਣ ਕੋਟੇਸ਼ਨਸ ਕੋਈ ਸਬਮਿਟ ਕਰ ਦਿੱਤੀਆਂ, ਉਹਦੇ ਬੇਸਿਸ ਤੇ ਬੈਂਕ ਇੱਥੇ ਰੈਡੀ ਹੋ ਜਾਂਦਾ ਤੁਹਾਨੂੰ ਇੱਕ ਇਨਵੈਸਟ ਕਰਨ ਵਾਸਤੇ ਰਾਈਟ ਅਵੇ, ਜੋ ਕਿ ਤੁਹਾਡੀ ਜੇਬ ਚੋਂ ਨਹੀਂ ਜਾਂਦਾ। ਹੁਣ ਮੈਂ ਇੱਕ ਪਾਸੇ ਕਿਹਾ ਜਾਵੇ $20,000 ਮੈਂ ਫਰਨੀਚਰ ਤੇ ਲਾ ਲਿਆ, 20,000 ਮੈਂ ਡਾਊਨ ਪੇਮੈਂਟ ਦੇ ਦਿੱਤੀ। ਮੇਰੇ ਹਰ ਕਿਸੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਬੇਸਮੈਂਟ ਵਾਸਤੇ ਵੀ ਰੱਖ ਸਕਣ ਜਾਂ ਕੋਈ ਵੀ ਡਿਵੈਲਪਮੈਂਟ ਵਾਸਤੇ ਰੱਖ ਸਕਣ, ਕਿਉਂਕਿ ਕਾਫੀ ਕਾਸਟ ਜ਼ਿਆਦਾ ਹੈਗੀ ਹੈ। ਤੇ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰਾਂ ਨੇ ਇੱਥੇ ਇਦਾਂ ਦੇ ਪਲਾਨਸ ਬਣਾਏ ਹੋਏ ਜੋ ਹਰ ਕਿਸੇ ਦੀ ਨੀਡ ਨੂੰ ਉਹਨਾਂ ਦੀ ਸੂਟੇਬਿਲਿਟੀ ਦੇ ਹਿਸਾਬ ਨਾਲ ਸੂਟ ਕਰਦੇ। ਕਿਸੇ ਕੋਲ ਡਾਊਨ ਪੇਮੈਂਟ ਹੈ, ਹਾਂਜੀ ਸੋਲੂਸ਼ਨ ਹੈ ਜੀ, ਕਰ ਸਕਦੇ ਹਾਂ। ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਦਾ ਵੀ ਸੋਲੂਸ਼ਨ ਹੈ। ਜਿਨ੍ਹਾਂ ਕੋਲ ਡਾਊਨ ਪੇਮੈਂਟ ਨਹੀਂ ਆ ਉਹਨਾਂ ਦਾ ਵੀ ਸੋਲੂਸ਼ਨ ਹੈ। ਹਾਂਜੀ, ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਨਾਨ ਟ੍ਰੈਡੀਸ਼ਨਲ ਡਾਊਨ ਪੇਮੈਂਟ। ਉਹ ਥੋੜੇ ਡਿਫਰੈਂਟ ਤਰੀਕੇ ਨਾਲ ਕਿੱਦਾਂ ਕ੍ਰੈਡਿਟ ਨੂੰ ਯੂਜ਼ ਕਰਨਾ, ਉਹਨਾਂ ਦੀ ਅਫੋਰਡੇਬਿਲਿਟੀ ਇਨਕਮ ਨੂੰ ਰੱਖ ਕੇ ਉਹ ਵੀ ਐਕਸੈਪਸ਼ਨਸ ਹੈਗੀਆਂ ਕਿ 0% ਡਾਊਨ ਪੇਮੈਂਟ ਤੇ 100% ਪੋਸੀਬਲ ਹੈਗੀ ਹੈ ਮੌਰਗੇਜ ਲੈਣੀ। ਜੀ ਬਿਲਕੁਲ ਦੋਸਤੋ, ਏਜੇ ਵਾਲੀਆ ਜੀ ਬਾਰੇ ਮੈਂ ਦੱਸਦਾ ਕਿ ਕਿਉਂਕਿ ਕਈ ਸਾਲਾਂ ਤੋਂ ਇਹ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਨੇ ਉਹਨਾਂ ਦੀ ਮੌਰਗੇਜ ਜਿਹੜੀ ਕਰਵਾ ਚੁੱਕੇ ਨੇ ਲੋਕੀ ਆਪਣੇ। ਅਗਰ ਤੁਸੀਂ ਗੱਲ ਕਰੀਏ ਸਟਾਰਿੰਗ ਦੀ 5 ਸਟਾਰ ਰੇਟਿੰਗ ਦਾ ਇੱਕ ਜਿਹੜਾ ਹੈਗਾ ਇਹਨਾਂ ਦਾ ਨਾਮ ਦੇ ਲੱਗਿਆ ਹੋਇਆ, ਤਾਂ ਤੁਸੀਂ ਕਿਸੇ ਵੀ ਮੌਰਗੇਜ ਦੇ ਪ੍ਰਤੀ ਕੋਈ ਵੀ ਸਵਾਲ ਹੈਗਾ ਤੁਸੀਂ ਜ਼ਰੂਰ ਸਾਡੀ ਸਕਰੀਨ ਦੇ ਉੱਤੇ ਆਪਣਾ ਸਾਡਾ ਜਿਹੜਾ ਹੈਗਾ ਚੱਲ ਰਿਹਾ ਇਹਦੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਮੌਰਗੇਜ ਦੇ ਪ੍ਰਤੀ ਕੋਈ ਵੀ ਸਵਾਲ ਹੈ ਅਸੀਂ ਟਾਈਮ ਟੂ ਟਾਈਮ ਇਸ ਪਲੇਟਫਾਰਮ ਦੇ ਰਾਹੀਂ ਇਹਨਾਂ ਨੂੰ ਬੁਲਾਉਂਦੇ ਰਵਾਂਗੇ। ਤੁਸੀਂ ਆਪਣੇ ਸਵਾਲ ਭੇਜ ਸਕਦੇ ਹੋ ਤਾਂ ਕਿ ਅਗਲੇ ਐਪੀਸੋਡਸ ਦੇ ਵਿੱਚ ਤੁਹਾਨੂੰ ਇਹਨਾਂ ਦੇ ਕੰਟੈਕਟ ਨੰਬਰ ਵੀ ਦੇਵਾਂਗੇ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਅਗਰ ਤੁਸੀਂ ਮੌਰਗੇਜ ਲੈਣਾ ਚਾਹੁੰਦੇ ਹੋ। ਅੱਛਾ ਸਰ, ਮੌਰਗੇਜ ਦੀ ਇੱਕ ਗੱਲ ਕਰਦੇ, ਜਿਵੇਂ ਤੁਸੀਂ ਦੱਸਿਆ ਕਿ ਨਿਊਲੀ ਇਮੀਗ੍ਰੈਂਟ ਵੀ ਲੈ ਸਕਦਾ, ਜਿਹੜਾ ਕੋਈ ਨਵਾਂ ਮੂਵ ਹੋਇਆ ਇੱਥੇ ਜਿਹਦੇ ਕੋਲੇ ਜਾਂ ਫਿਰ ਜਿਹਦੇ ਕੋਲੇ ਜ਼ਿਆਦਾ ਉਹਦਾ ਜਿਵੇਂ ਕਹਿ ਦਿੰਦੇ ਆ ਵੀ ਡਾਊਨ ਪੇਮੈਂਟ ਨਹੀਂ ਹੈਗੀ, ਅਗਰ ਮੈਂ ਮੌਰਗੇਜ ਅਪਲਾਈ ਕਰਨੀ ਹੈ ਤਾਂ ਉਹਦੇ ਲਈ ਮੈਨੂੰ ਜਿਹੜੇ ਬੇਸਿਕ ਡਾਕੂਮੈਂਟਸ ਦੇਣੇ ਨੇ ਉਹਦੇ ਲਈ ਕੀ ਕੰਡੀਸ਼ਨਸ ਨੇ ਵੀ ਆਹ ਡਾਕੂਮੈਂਟਸ ਦੇ ਨਾਲ ਤੁਸੀਂ ਇੱਕ ਸਟਾਰਟਅਪ ਕਰ ਸਕਦੇ ਹੋ ਮੌਰਗੇਜ ਦਾ? ਬੇਸਿਕ ਰਿਕੁਆਇਰਮੈਂਟ ਜਿੰਨਾ ਵੀ ਵਰਲਡ ਵਾਈਡ ਫਾਈਨੈਂਸ਼ੀਅਲਸ ਲੋਨਸ ਅਪਰੂਵ ਹੁੰਦੇ ਆ ਉਹ ਬੇਸਿਕ ਤੇ ਹੁੰਦੇ ਇਨਕਮ ਤੇ ਕ੍ਰੈਡਿਟ। ਇਹ ਦੋ ਚੀਜ਼ਾਂ ਹੈਗੀਆਂ। ਬਟ ਇਸ ਕੰਟਰੀ 'ਚ ਕ੍ਰੈਡਿਟ ਦੀ ਵੀ ਐਕਸੈਪਸ਼ਨ ਦੇ ਦਿੱਤੀ ਜਾਂਦੀ ਹੈ। ਹੁਣ ਜਿਹੜੇ ਨਿਊ ਕਮਰ ਹੈ ਉਹਨਾਂ ਦਾ ਕ੍ਰੈਡਿਟ ਤਾਂ ਡਿਵੈਲਪ ਹੀ ਨਹੀਂ ਹੋਊਗਾ, ਉਹਨਾਂ ਦਾ ਕ੍ਰੈਡਿਟ ਬੜਾ, ਉਹਨੂੰ ਅਸੀਂ ਥਿਨ ਕ੍ਰੈਡਿਟ ਕਹਿ ਦਿੰਦੇ ਹਾਂ ਕਿ ਥਿਨ ਕ੍ਰੈਡਿਟ ਹੈ ਜੀ। ਉਹਦੇ ਬੇਸਿਸ ਤੇ ਕਹਿ ਲਓ ਜੇ ਕੋਈ ਹੁਣ ਸਾਲ ਤੋਂ ਇੱਥੇ ਰਹਿ ਰਿਹਾ ਓਬਵੀਅਸਲੀ ਉਹਨਾਂ ਦਾ ਕ੍ਰੈਡਿਟ ਇੰਨਾ ਸਕੋਰ ਨਹੀਂ ਹੋਊਗਾ। ਤੇ ਬੈਂਕ ਕੀ ਕਹਿੰਦਾ ਹੈ, ਬੈਂਕਾਂ ਨੇ ਕਹਿਣਾ ਹੈ ਕਿ ਠੀਕ ਹੈ ਜੀ ਤੁਸੀਂ ਆਪਣੀ 12 ਮੰਥਸ ਦੀ ਕਾਰ ਹਿਸਟਰੀ ਦਿਖਾ ਦਿਓ, ਕਾਰ ਇੰਸ਼ੋਰੈਂਸ ਹਿਸਟਰੀ ਜਿਹਨੂੰ ਅਸੀਂ ਕਹਿੰਦੇ ਹਾਂ ਜੀ। ਉਹ ਤੋਂ ਬੈਂਕ ਐਕਸੈਪਸ਼ਨ ਦੇ ਦਿੰਦਾ ਕਿ ਠੀਕ ਹੈ ਜੀ ਇਹ ਲੋਕ ਰਿਪੀਟੇਬਲ ਟ੍ਰੇਡਸ ਆਪਣੇ ਪੇ ਕਰ ਪਾ ਰਹੇ ਆ, ਕਿਉਂਕਿ ਜਿਹੜੀ ਕਾਰ ਇੰਸ਼ੋਰੈਂਸ ਹੈ ਉਹ ਕ੍ਰੈਡਿਟ ਬਿਊਰੋ ਤੇ ਨਹੀਂ ਆਉਂਦੀ। ਬਟ ਉਹ ਬੜੀ ਬੇਸਿਕ ਰਿਕੁਆਇਰਮੈਂਟ ਹੈ ਜੋ ਫਰਸਟ ਡੇ ਬੰਦਾ ਕਰਦਾ ਹੀ ਕਰਦਾ ਹੈ। ਇੱਕ ਤੁਸੀਂ ਸੈੱਲ ਫੋਨ ਇੱਥੇ ਆ ਕੇ ਲੈਂਦੇ ਹੋ ਤੇ ਦੂਜੀ ਤੁਸੀਂ ਕਾਰ ਲੈਂਦੇ ਹੋ, ਇਹ ਦੋ ਚੀਜ਼ਾਂ ਹੈਗੀਆਂ, ਇਹ ਜ਼ਰੂਰਤ ਹੈਗੀ ਜੀ। ਤੇ ਤੀਜਾ ਤੁਸੀਂ ਰੈਂਟ। ਇਹ ਤਿੰਨਾਂ ਦੇ ਬਿਹਾਫ ਤੇ ਅਸੀਂ ਤੁਹਾਨੂੰ ਉਦਾਂ ਹੀ ਵਿਦਆਊਟ ਕ੍ਰੈਡਿਟ ਵੀ ਮੌਰਗੇਜ ਅਪਰੂਵ ਹੋ ਜਾਏਗੀ ਜੀ। ਲੈਟਸ ਸੇ ਤੁਸੀਂ ਕਹਿ ਲਓ ਰੈਂਟਲ ਐਗਰੀਮੈਂਟ ਤੁਹਾਡਾ, ਅਸੀਂ 12 ਮਹੀਨਿਆਂ ਦੀਆਂ ਪੇਮੈਂਟਾਂ ਦੇਖਾਂਗੇ, ਤੁਹਾਨੂੰ ਪੁੱਛਾਂਗੇ ਰੈਕਟ ਦਿਖਾਓ ਜੀ ਤੁਹਾਡੀ ਪੇਮੈਂਟਸ ਆ ਰਹੀਆਂ, ਤੁਸੀਂ ਰੈਂਟ ਟਾਈਮ ਸਿਰ ਪੇ ਕੀਤਾ। ਇੱਕ ਲੈਟਰ ਵੱਧ ਤੋਂ ਵੱਧ ਇੱਕ ਤੁਹਾਡੇ ਹੋਮ ਓਨਰ ਤੋਂ ਜੋ ਲਿਖ ਕੇ ਦੇ ਦੇਣ, ਜੋ ਕਿ ਹਰ ਕੋਈ ਇੱਥੇ ਦੇ ਦਿੰਦੇ, ਉਹ ਵਿੱਚ ਕੋਈ ਇਸ਼ੂ ਨਹੀਂ ਹੈਗਾ। ਜਦੋਂ ਰੈਂਟ ਦੇ ਰਿਹਾ ਤਾਂ ਨੈਚੁਰਲ ਉਹ ਦੇ ਹੀ ਦੇਗਾ, ਉਹ ਦੇ ਦੇਣਗੇ ਲੈਟਰ।
ਤੇ ਸੇਮ ਤੁਹਾਡੀ ਕਾਰ ਇੰਸ਼ੋਰੈਂਸ ਹੋ ਗਈ, ਉਹਦੀ ਹਿਸਟਰੀ ਦਿਖਾਤੀ ਕਿ ਜੀ ਆਹ ਦੇਖੋ ਜੀ ਆਹ ਟ੍ਰੇਡ ਹੈਗਾ, ਰਿਸਪੌਂਸਿਬਲ ਹੈ, ਤੁਸੀਂ ਫਾਈਨੈਂਸ਼ੀਅਲੀ ਮੈਚਿਓਰ ਹੋ, ਤੁਸੀਂ ਹਰ ਇੱਕ ਪੇਮੈਂਟ ਨੂੰ ਟਾਈਮ ਤੇ ਕੀਤਾ ਹੈਗਾ ਜੀ। ਐਂਡ ਉਹਦੇ ਬੇਸਿਸ ਤੇ ਤੁਹਾਡੇ ਕ੍ਰੈਡਿਟ ਤੱਕ ਵੀ ਇੱਥੇ ਰਿਜ਼ੋਲਵ ਹੋ ਜਾਂਦਾ, ਜੋ ਕਿ ਬਹੁਤ ਵੱਡੀ ਗੱਲ ਹੈਗੀ ਹੈ। ਸਿਰਫ ਉਹ ਟ੍ਰੇਡਸ ਦੇ ਬੇਸਿਸ, ਸਿਰਫ 2 ਟ੍ਰੇਡਸ ਮੰਨਦੇ ਹੋ, ਕਹਿੰਦੇ ਜੇ ਇੱਕ ਬੰਦੇ ਦੇ ਨਾਮ ਤੇ ਜੇ ਵੀ ਕਰਨੀ ਹੈ ਐਟਲੀਸਟ ਸਾਨੂੰ 2 ਚੀਜ਼ਾਂ ਚਾਹੀਦੀਆਂ, ਇੱਕ ਰੈਂਟਲ ਤੇ ਦੂਜਾ ਫੋਨ ਬਿੱਲ ਹੋ ਗਿਆ, ਕਾਰ ਇੰਸ਼ੋਰੈਂਸ ਹੋ ਗਿਆ, ਸਭ ਕੁਝ ਇਹ ਚੀਜ਼ ਹੁੰਦੀ ਹੈ ਜੀ। ਤੇ ਦੂਜੀ ਚੀਜ਼ ਰਹਿ ਗਈ ਇਨਕਮ ਦੇਖਦੇ ਆ ਕਿ ਪਹਿਲੀ ਗੱਲ ਤਾਂ ਪ੍ਰੋਬੇਸ਼ਨ ਨਾ ਹੋਵੇ। ਆਪਾਂ ਆ ਵੀ ਨਹੀਂ ਕਹਿ ਸਕਦੇ ਜੀ ਆਪਾਂ ਨੂੰ ਕੱਲ ਜੌਬ ਮਿਲੀ ਹੈ ਤੇ ਆਪਾਂ ਮੌਰਗੇਜ ਲੈ ਲਈਏ, ਬਿਕੋਜ਼ ਉਹ ਨਾ ਹੀ ਤਾਂ ਬੈਂਕ ਲਈ ਚੰਗਾ ਹੈ ਇਦਾਂ ਦਾ ਪ੍ਰੋਡਕਟ ਤੁਹਾਨੂੰ ਦੇਣਾ ਜੋ ਤੁਹਾਡੀ ਸਸਟੇਨ ਨਾ ਕਰ ਸਕੋ, ਕਿਉਂਕਿ ਮੌਰਗੇਜ ਇੱਕ ਬਹੁਤ ਲੰਬੀ ਕਮਿਟਮੈਂਟ ਹੈਗੀ ਹੈ। ਸੋ ਆਈ ਥਿੰਕ ਉਹਨਾਂ ਨੇ ਇਹ ਰੂਲ ਨੂੰ ਤਾਂ ਥੋੜਾ ਜਿਹਾ ਸਟ੍ਰਿਕਟਲੀ ਲੈਂਦੇ ਬਿਕੋਜ਼ ਦੇ ਵਾਂਟ ਟੂ ਮੇਕ ਸ਼ੋਰ ਕਿ ਹਰ ਕੋਈ ਬੰਦਾ ਫਾਈਨੈਂਸ਼ੀਅਲੀ ਉਹਨੂੰ ਹੈਂਡਲ ਕਰ ਸਕਦਾ ਜੀ। ਐਂਡ ਜੇ ਕਿਸੇ ਦੀ ਜੌਬ 3 ਮੰਥਸ ਤੋਂ ਪ੍ਰੋਬੇਸ਼ਨ ਕ੍ਰਾਸ ਕਰ ਜਾਂਦੀ ਹੈ, ਈਵਨ ਕਿ ਨਿਊ ਜੌਬਸ ਵੀ ਸਾਨੂੰ ਇੰਡਸਟਰੀ ਦੇਖਣੀ ਪੈਂਦੀ ਕਿੱਦਾਂ ਦੀ ਇੰਡਸਟਰੀ ਹੈ। ਹੁਣ ਕੋਈ ਅਕਾਊਂਟੈਂਟ ਇੱਥੇ ਹਾਇਰ ਹੈ, ਸਾਨੂੰ ਪਤਾ ਹੈ ਇਟਸ ਅ ਪ੍ਰੋਫੈਸ਼ਨਲ ਫੀਲਡ ਜੀ, ਬੈਂਕ ਉਹਦੇ ਲਈ ਐਕਸੈਪਸ਼ਨਸ ਬਣਾਏਗਾ ਜੀ। ਕੋਈ ਡਾਕਟਰ ਹਾਇਰ ਹੋ ਰਿਹਾ ਹੈ, ਸਾਨੂੰ ਪਤਾ ਹੈ ਪ੍ਰੋਫੈਸ਼ਨਲ ਫੀਲਡ ਹੈ। ਕੋਈ ਐਸੀ ਜੌਬਸ ਹੈਗੀਆਂ ਜੋ ਸਾਨੂੰ ਪਤਾ ਚੱਲਦੀਆਂ ਪਈਆਂ, ਹੁਣ ਕੋਵਿਡ ਦੇ ਵਿੱਚ ਕਾਫੀ ਚੇਂਜਸ ਆਏ ਹੋਏ ਹੈ ਜੀ, ਬਟ ਬੈਂਕਸ ਨੂੰ ਪਤਾ ਟਰਾਂਸਪੋਰਟ ਇੰਡਸਟਰੀ ਹੈ, ਐਸੈਂਸ਼ੀਅਲਸ ਹੈ, ਚੱਲ ਰਹੀ ਹੈ। ਕੋਈ ਗਰੋਸਰੀ ਸਟੋਰ ਹੈ, ਸਾਨੂੰ ਪਤਾ ਉਹ ਤੇ ਲੇ ਆਫ ਹੋਣੀ ਹੈ ਇਸ ਵੇਲੇ ਮੁਸ਼ਕਿਲ ਹੈ ਬਿਕੋਜ਼ ਦੇ ਨੀਡ ਮੋਰ ਪੀਪਲ ਟੂ ਹੈਂਡਲ ਦਾ ਟ੍ਰੈਫਿਕ ਜੀ। ਸੋ ਇਦਾਂ ਦੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਹਰ ਇੱਕ ਚੀਜ਼ ਦਾ ਹਨੀ ਜੀ ਐਕਸੈਪਸ਼ਨਸ ਹੈਗੀ। ਮੈਂ ਇੱਕ ਚੀਜ਼ ਨੂੰ ਕਹਿ ਹੀ ਨਹੀਂ ਸਕਦਾ ਕਿ ਹੈ ਹੀ ਨਹੀਂ ਜੀ। ਬਿਲਕੁਲ। ਤਾਂ ਇਹ ਦੋਸਤੋ ਤੁਹਾਨੂੰ ਮੌਰਗੇਜ ਦੇ ਲਈ ਜਿਹੜੀ ਜਾਣਕਾਰੀ ਹੈ ਕਿ ਸਾਡਾ ਜਿਹੜਾ ਸ਼ੋਅ ਹੈ ਰੀਅਲ ਏਸਟੇਟ ਗੁਰੂ, ਇਹਦੇ ਲਈ ਅਸੀਂ ਰੀਅਲ ਏਸਟੇਟ ਇੰਡਸਟਰੀ ਦੇ ਬਾਰੇ ਵਿੱਚ, ਰੀਅਲ ਏਸਟੇਟ ਬਿਜ਼ਨਸ ਦੇ ਬਾਰੇ ਵਿੱਚ ਸਾਰੇ ਟੌਪਿਕ ਇਸ ਸ਼ੋਅ ਦੇ ਦੌਰਾਨ ਤੁਹਾਡੇ ਰੂਬਰੂ ਹੁੰਦੇ ਰਹਿਣਗੇ। ਤੁਸੀਂ ਮੌਰਗੇਜ ਨੂੰ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੀ ਲੈਣਾ ਚਾਹੁੰਦੇ ਹੋ, ਤੁਸੀਂ ਜ਼ਰੂਰ ਸਾਡੇ ਇਹਨਾਂ ਦੇ ਨਾਲ, ਸਾਡੇ ਐਕਸਪਰਟਸ ਦੇ ਨਾਲ ਕੰਟੈਕਟ ਕਰ ਸਕਦੇ ਹੋ। ਰੀਅਲ ਏਸਟੇਟ ਏਜੰਟਸ ਹੋ, ਜਿੱਦਾਂ ਤੁਸੀਂ ਆਪਾਂ ਕਹਿ ਦਿੰਦੇ ਹਾਂ ਵੀ ਕੋਈ ਤੁਸੀਂ ਪ੍ਰਾਪਰਟੀ ਦੇ ਬਾਰੇ ਵਿੱਚ ਕਨਫਰਮੇਸ਼ਨ ਲੈਣੀ ਹੈ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਰੈਗੂਲਰ ਦੇਖੋ, ਐਪੀਸੋਡ ਵਾਈਜ਼ ਇਹ ਪ੍ਰੋਗਰਾਮ ਸਾਡੇ YouTube ਚੈਨਲ ਤੇ Facebook ਤੇ ਪਏ ਹੋਣਗੇ, ਤਾਂ ਕਿ ਤੁਹਾਨੂੰ ਜਿਹੜੀ ਹੈਗੀ ਹੈ ਇੱਥੇ ਇਹ ਜਿਹੜਾ ਅਸੀਂ ਰੀਅਲ ਏਸਟੇਟ ਗੁਰੂ ਹੈ, ਇਹ ਸਿਰਫ ਐਲਬਰਟਾ ਦੇ ਲਈ ਅਸੀਂ ਇਹ ਸ਼ੋਅ ਅਸੀਂ ਤਿਆਰ ਕੀਤਾ ਹੈ, ਜਿੱਥੇ ਕਿ ਐਲਬਰਟਾ ਦੇ ਵਿੱਚ ਸਪੈਸ਼ਲੀ ਜਿਹੜੀ ਸਟਾਰਟਅਪ ਹੈਗਾ ਉਹ ਅਸੀਂ ਐਡਮਿੰਟਨ ਨੂੰ ਰੱਖਿਆ। ਐਡਮਿੰਟਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਦੇ ਬਾਰੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਤੁਸੀਂ ਸਾਡੇ ਸ਼ੋਅ ਦੇ ਨਾਲ ਜੁੜ ਸਕਦੇ ਹੋ। ਤੁਸੀਂ ਕੋਈ ਘਰ ਲੈਣਾ ਚਾਹੁੰਦੇ ਹੋ, ਟਾਊਨ ਹਾਊਸ ਲੈਣਾ ਚਾਹੁੰਦੇ ਹੋ, ਸਿੰਗਲ ਫੈਮਿਲੀ ਹਾਊਸ ਲੈਣਾ ਚਾਹੁੰਦੇ ਹੋ, ਕੌਂਡੋਜ਼ ਲੈਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੇ ਤੁਸੀਂ ਆਪਣਾ ਰਹਿਣ ਦੇ ਲਈ ਘਰ ਦੀ ਤੁਹਾਨੂੰ ਜ਼ਰੂਰਤ ਹੈ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਘਰ ਦੇ ਪ੍ਰਤੀ, ਪ੍ਰਾਪਰਟੀ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਹੈਗੀ ਹੈ ਸਾਡੇ ਇਹਨਾਂ ਸ਼ੋਅਜ਼ ਦੇ ਉੱਤੇ ਤੁਹਾਨੂੰ ਮਿਲਦੀ ਰਹੇਗੀ। ਤਾਂ ਇਹ ਜੀ ਇੱਕ ਹੋਰ ਗੱਲ ਹੁੰਦੀ ਹੈ ਕਿ ਜਦੋਂ ਕਿਸੇ ਨੇ ਘਰ ਲੈਣਾ ਤਾਂ ਮੌਰਗੇਜ ਦੀ ਗੱਲ ਹੁੰਦੀ ਹੈ ਵੀ ਜਿਵੇਂ ਤੁਸੀਂ ਦੱਸਿਆ ਕਿ ਅਗਰ ਇੱਕ ਸਿੰਗਲ ਫੈਮਿਲੀ ਬੰਦੇ ਨੇ ਹਾਊਸ ਲਿੱਤਾ ਤਾਂ ਉਹਦੇ 1700 ਰੈਂਟ ਦੇਣਾ ਹੈ ਉਹਨੇ, ਜਾਂ ਫਿਰ ਕਿਸੇ ਨੇ ਘਰ ਕੋਈ 1200 ਤੇ ਬੈਠਾ, ਕੋਈ 1000 ਤੇ ਬੈਠਾ, ਤਾਂ ਜਿਹੜੀ ਇੱਕ ਇੰਸਟਾਲਮੈਂਟ ਦੀ ਗੱਲ ਹੁੰਦੀ ਹੈ ਉਹ ਇੱਕ ਨਾਰਮਲ ਘਰ ਦੇ ਕੰਪੈਰੀਟਿਵਲੀ ਇੰਸਟਾਲਮੈਂਟ ਕਿੰਨੀ ਕੁ ਬੈਠਦੀ ਹੈ ਬੰਦੇ ਨੂੰ। ਹੁਣ ਬੰਦਾ ਜਿਹੜਾ ਬੰਦਾ ਹੁਣ 1200-1500 ਰੈਂਟ ਦੇ ਰਿਹਾ, ਉਹਦੇ ਲਈ ਅਗਰ ਇੰਸਟਾਲਮੈਂਟ ਉਹਦੀ 2500 ਹੋ ਗਈ, 3000 ਹੋ ਗਈ, ਤਾਂ ਉਹਦੇ ਲਈ ਵੀ ਪੋਸੀਬਲ ਨਹੀਂ ਹੋ ਪਾਏਗਾ। ਤਾਂ ਐਵਰੇਜ ਇੱਕ ਇੰਸਟਾਲਮੈਂਟ ਅਗਰ ਗੱਲ ਕਰੀਏ ਆਪਾਂ ਘਰ ਵਾਈਜ਼, ਕਿਉਂਕਿ ਇੱਥੇ ਘਰਾਂ ਦੀ ਵੀ ਵੈਰਾਈਟੀ ਹੈ, ਜਿਵੇਂ ਛੋਟੇ ਘਰ ਵੀ ਹੈਗੇ ਨੇ, ਸਾਰੇ ਜੁੜੇ ਹੋਏ ਘਰ ਨੇ, ਉਹ ਵੀ ਕਹਿ ਦਿੰਦੇ ਆ ਵੀ ਸਿੰਗਲ ਫੈਮਿਲੀ ਹਾਊਸ ਵੀ ਹੈਗੇ ਨੇ, ਹਨਾ, ਡੁਪਲੈਕਸਿਸ ਵੀ ਹੈਗੇ ਨੇ। ਤਾਂ ਬੇਸਿਕ ਘਰਾਂ ਵਾਈਜ਼ ਅਗਰ ਆਪਾਂ ਗੱਲ ਕਰੀਏ ਅਪਰੋਕਸੀਮੇਟਲੀ ਕਿੰਨੀ ਜਿਹੜੀ ਹੈਗੀ ਹੈ ਮੰਥਲੀ ਜਿਹੜੀ ਉਹਨਾਂ ਨੂੰ ਦੇਣੀ ਪੈਂਦੀ ਹੈ ਪੇਮੈਂਟ? ਦੇਖੋ ਜੀ ਉਹਦੇ ਚ 2 ਸੈਗਮੈਂਟਸ ਹੈਗੇ ਆ। ਇੱਕ ਹੈਗਾ ਜੀ ਕੌਂਡੋਜ਼ ਇੱਥੇ ਐਜ਼ ਅ ਸਟਾਰਟਰ, ਜਿਹਨੂੰ ਅਸੀਂ ਅਪਾਰਟਮੈਂਟਸ ਕਹਿ ਦਿੰਦੇ ਆ ਜੀ, ਬਟ ਉਹਨਾਂ ਦੇ ਨਾਲ ਕੌਂਡੋ ਫੀਸ ਵੀ ਹੁੰਦੀ ਹੈ ਜੀ। ਕਈ ਲੋਕ ਦੇਖਦੇ ਆ ਜੀ $700 ਮੇਰੀ ਮੌਰਗੇਜ ਹੋ ਗਈ, ਪਰ ਉਹਦੇ ਨਾਲ $300 ਇਹ ਕੌਂਡੋ ਫੀਸ ਹੈ ਜੋ ਤੁਹਾਨੂੰ ਪੇ ਕਰਨੀ ਹੀ ਕਰਨੀ ਹੈ। ਸੋ ਆਪਾਂ ਨੂੰ ਟੋਟਲ $1000 ਲੈ ਕੇ ਚੱਲਾਂਗੇ ਜੇ ਕੌਂਡੋ ਸਟਾਰਟ ਹੋ ਜਾਂਦੇ 2 ਲੱਖ ਤੋਂ। ਸੋ ਉਹਦੀ ਮੌਰਗੇਜ ਇੱਕ ਅਪਰੋਕਸੀਮੇਟਲੀ $1000 ਸੈੱਟ ਬੈਠ ਜਾਂਦੀ ਹੈ ਜੀ। ਤੇ ਜੇ ਦੇਖਿਆ ਜਾਵੇ ਹੁਣ ਤੁਸੀਂ ਕਹੋ ਕਿ ਹੁਣ ਕਈ ਲੋਕ ਅਪਾਰਟਮੈਂਟਸ ਨਹੀਂ ਰਹਿ ਸਕਦੇ, ਕਈਆਂ ਦੇ ਸੀਨੀਅਰ ਕਮਿਊਨਿਟੀਜ਼ ਹੈਗੀਆਂ, ਕੋਈ ਸਟੇਅਰਸ ਨਹੀਂ ਚੱਲ ਸਕਦੇ, ਕੋਈ ਵਾਕਿੰਗ ਜ਼ਿਆਦਾ ਪ੍ਰੈਫਰ ਨਹੀਂ ਕਰਦੇ ਕਿ ਅਸੀਂ ਐਲੀਵੇਟਰ ਤੱਕ ਜਾ ਸਕੀਏ, ਤੇ ਉਹਨਾਂ ਦੀ ਨੀਡ ਐਜ਼ ਅ ਸਟਾਰਟਰ ਆਉਂਦੀ ਹੈ ਸੈਮੀ ਡਿਟੈਚ ਜਾਂ ਡੁਪਲੈਕਸਸ, ਜੋ ਕਿ ਇੱਕੋ ਹੀ ਟਰਮੀਨੋਲੋਜੀ ਇੱਥੇ ਯੂਜ਼ ਕੀਤੀ ਜਾਂਦੀ ਹੈ। ਸੈਮੀ ਡਿਟੈਚ ਜੋ ਕਿ 2 ਘਰ ਹੁੰਦੇ ਆ ਇਕੱਠੇ ਜੁੜੇ, ਤੇ ਉਹਨਾਂ ਦੇ ਵਿੱਚ ਅਪਰੋਕਸੀਮੇਸ਼ਨ ਇੱਥੇ ਪ੍ਰਾਈਸ ਐਡਮਿੰਟਨ ਦਾ ਜੋ ਕਿ ਹੈਗਾ ਪ੍ਰੀਟੀ ਸਟੇਬਲ ਹੈਗਾ, ਤੁਹਾਨੂੰ 330 ਤੋਂ ਲੈ ਕੇ 370 380 ਤੱਕ ਇੱਕ ਅੱਛਾ ਡੁਪਲੈਕਸ ਮਿਲ ਜਾਂਦਾ ਜੀ। ਤੇ ਆਪਾਂ ਜੇ ਔਨ ਐਨ ਐਵਰੇਜ ਵਿੱਚ ਵੀ 350 360 ਵੀ ਕਹਿ ਦਈਏ ਜੇ ਆਪਾਂ ਨੂੰ ਕੋਈ ਘਰ ਮਿਲਦਾ, ਤੁਹਾਡੀ ਅਪਰੋਕਸੀਮੇਸ਼ਨ ਮੌਰਗੇਜ ਉਸ ਤੇ 1400 to 1500 ਮਿਲ ਜਾਂਦੀ ਹੈ, ਜੋ ਕਿ ਰੈਂਟ ਦੇ ਹੀ ਬਰਾਬਰ ਹੈ ਜੀ। ਬਿਲਕੁਲ। ਇਸ ਤੋਂ ਇਲਾਵਾ ਜਿਵੇਂ ਲੋਕਾਂ ਦੀ ਗੱਲ ਕਰਦੇ ਆ ਵੀ ਕਿਸੇ ਨੇ ਚਲੋ ਮੌਰਗੇਜ ਲੈਣੇ, ਉਹਦੇ ਪ੍ਰੋਸੈਸ ਦੀ ਗੱਲ ਕਰਦੇ ਆ। ਹੁਣ ਬੰਦਾ ਜਦੋਂ ਅਪਲਾਈ ਕਰਦਾ ਵੀ ਕਈ ਦਫਾ ਆਪਾਂ ਜਿਹੜੇ ਹੁਣ ਨਵੇਂ ਨੇ ਉਹਨਾਂ ਨੂੰ ਨਹੀਂ ਪਤਾ, ਸਾਡੇ ਤੱਕ ਨਾ ਵੀ ਮਹੀਨਾ 2 ਮਹੀਨੇ 4 ਮਹੀਨੇ, ਹੁਣ ਕੋਵਿਡ ਕਰਕੇ ਡਿਲੇਜ਼ ਵੀ ਹੋ ਰਹੀਆਂ ਨੇ, ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਡਿਲੇ ਹੋ ਰਹੀ ਹੈ। ਤਾਂ ਐਵਰੇਜ ਜਿਹੜਾ ਪ੍ਰੋਸੈਸਿੰਗ ਟਾਈਮ ਹੁੰਦਾ ਇੱਕ
ਸਭ ਤੋਂ ਪਹਿਲਾਂ ਹੁੰਦਾ ਵੀ ਬੰਦਾ ਇੱਕ ਘਰ ਸਿਲੈਕਟ ਕਰੇ ਜਾਂ ਪਹਿਲਾਂ ਉਹ ਆਪਣੀ ਮੋਰਗੇਜ ਅਪਲਾਈ ਕਰੇ, ਕਿਉਂਕਿ ਸਾਡੇ ਨਾਲ ਜੇਕਰ ਆਪਾਂ ਗੱਲ ਕਰਦੇ ਬੰਦਾ ਕਹਿੰਦਾ ਵੀ ਮੈਂ ਘਰ ਲੈਣਾ ਹੈ ਤਾਂ ਉਹਦੀ ਲਈ ਪਹਿਲੀ ਕੰਡੀਸ਼ਨ ਕੀ ਹੈ ਕਿ ਉਹ ਪਹਿਲਾਂ ਆਪਣੀ ਜਿਵੇਂ ਪਹਿਲਾਂ ਦੇਖ ਲਏ ਵੀ ਮੈਨੂੰ ਇੰਨੀ ਮੋਰਗੇਜ ਮਿਲ ਸਕਦੀ ਹੈ ਤਾਂ ਘਰ ਦੀ ਸਿਲੈਕਸ਼ਨ ਕਰੇ, ਜਾਂ ਫਿਰ ਉਹ ਪਹਿਲਾਂ ਘਰ ਫਾਈਨਲ ਕਰ ਲਵੇ ਉਸ ਤੋਂ ਬਾਅਦ ਫਿਰ ਮੋਰਗੇਜ ਵਾਲਾ ਹੋਵੇ। ਆਈ ਥਿੰਕ ਉਹੀ ਬੈਟਰ ਹੈ ਅਗਰ ਉਹ ਪਹਿਲਾਂ ਫਾਈਨੈਂਸ ਨੂੰ ਦੇਖਣ, ਬਿਕੋਜ਼ ਜੇ ਫਾਈਨੈਂਸ ਨਹੀਂ ਅਪਰੂਵਲ ਹੈਗਾ ਆਪਣੇ ਕੋਲ ਘਰ ਦੇਖਣ ਦਾ ਕੋਈ ਫਾਇਦਾ ਨਹੀਂ ਹੈ ਜੀ। ਈਵਨ ਕਿ ਜਿੰਨੇ ਕਿਤੇ ਬਿਲਡਰਸ ਹੈਗੇ ਰੀਅਲਟਰਸ ਹੈਗੇ ਉਹ ਵੀ ਕਲਾਇੰਟਸ ਨੂੰ ਕਹਿੰਦੇ ਆ ਕਿ ਤੁਹਾਡੇ ਕੋਲ ਪ੍ਰੀ ਅਪਰੂਵਲ ਹੈਗਾ। ਹੁਣ ਪ੍ਰੀ ਅਪਰੂਵਲ ਦਾ ਮਤਲਬ ਹੈਗਾ ਕਿ ਬੈਂਕ ਇੱਕ ਤੁਹਾਨੂੰ ਤੁਹਾਡੇ ਇਨਕਮ ਨੂੰ ਦੇਖ ਕੇ ਤੁਹਾਡੇ ਕ੍ਰੈਡਿਟ ਨੂੰ ਦੇਖ ਕੇ ਇੱਕ ਤੁਹਾਨੂੰ ਅਫੋਰਡੇਬਿਲਟੀ ਕੈਲਕੂਲੇਟਰ ਚ ਪਾ ਦਿੰਦੇ ਕਿ ਇੰਨੀ ਇਨਕਮ ਤੇ ਅਸੀਂ ਇੰਨਾ ਤੁਹਾਨੂੰ ਘਰ ਲੋਨ ਦੇ ਸਕਦੇ ਹਾਂ, ਉਹਨੂੰ ਅਸੀਂ ਪ੍ਰੀ ਅਪਰੂਵਲ ਦੀ ਟਰਮੀਨੋਲੋਜੀ ਯੂਜ਼ ਕਰਦੇ ਹਾਂ। ਕਈਆਂ ਨੂੰ ਲੱਗਦਾ ਹੈ ਕਿ ਉਹ ਫਾਈਨਲ ਅਪਰੂਵਲ ਹੈਗਾ, ਉਹ ਫਾਈਨਲ ਅਪਰੂਵਲ ਨਹੀਂ ਹੁੰਦਾ, ਉਹ ਇੱਕ ਬੈਂਕ ਦਾ ਇੱਕ ਇੰਟਰਨਲ ਟੂਲਸ ਹੁੰਦੇ ਆ ਜੋ ਅਸੀਂ ਯੂਜ਼ ਕਰਦੇ ਹਾਂ, ਜਿਹਦੇ ਬੇਸਿਸ ਤੇ ਅਸੀਂ, ਕਿਉਂਕਿ ਆਫਟਰ ਸਮ ਟਾਈਮ ਐਕਸਪੀਰੀਅੰਸ ਸਾਨੂੰ ਪਤਾ ਲੱਗ ਜਾਂਦਾ ਇੰਨੀ ਇਨਕਮ ਹੈ, ਇੰਨੇ ਡੈਟਸ ਹੈ, ਆਹ ਕ੍ਰੈਡਿਟ ਹੈ, ਇੱਥੇ ਤੱਕ ਅਪਰੂਵਲ ਹੁੰਦੀ ਹੈ, ਐਂਡ ਉਹ ਟੂਲਸ ਸਾਨੂੰ ਐਗਜ਼ੈਕਟਲੀ ਪੇਪਰਸ ਤੇ ਅਸੀਂ ਪ੍ਰੀ ਅਪਰੂਵਲ ਦੇ ਸਕਦੇ ਹਾਂ ਜੀ। ਉਹ ਪ੍ਰੀ ਅਪਰੂਵਲ ਉਹ ਈਦਰ ਤਾਂ ਆਪਣੇ ਰੀਅਲਟਰਸ ਕੋਲ ਲੈ ਕੇ ਜਾਂਦੇ ਜੋ ਕਿ ਉਹਨਾਂ ਨੂੰ ਡਿਫਰੈਂਟ ਪ੍ਰਾਪਰਟੀਜ਼ ਮਲਟੀਪਲ ਪ੍ਰਾਪਰਟੀਜ਼ ਦਿਖਾ ਸਕਦੇ, ਜਾਂ ਉਹ ਸਪੈਸੀਫਿਕ ਬਿਲਡਰਸ ਕੋਲ ਵੀ ਜਾ ਸਕਦੇ ਹੈਗੇ ਸਰਟਨਲੀ, ਐਂਡ ਉਸ ਬੇਸਿਸ ਤੇ ਬਿਲਡਰ ਵੀ ਉਹਨਾਂ ਨੂੰ ਕਹਿੰਦਾ ਠੀਕ ਹੈ ਜੀ ਤੁਹਾਨੂੰ 4 ਲੱਖ ਦਾ ਅਪਰੂਵਲ ਹੈਗਾ, ਮੈਂ ਤੁਹਾਨੂੰ ਹੁਣ 4 ਲੱਖ ਵਾਲੇ ਘਰ ਦਿਖਾਊਂਗਾ ਜੀ। ਹੁਣ ਕਈ ਹੈਗੇ ਨਹੀਂ ਅਸੀਂ ਲੈਣਾ ਘਰ ਵੱਡਾ ਹੈ, ਬਟ ਅਗਰ ਇਨਕਮ ਦੀ ਦੇਖੀ ਜਾਵੇ ਉਹ ਗਾਈਡਲਾਈਨਸ ਵੀ ਹੈਗੀਆਂ ਜੋ ਅਸੀਂ ਨਹੀਂ ਕ੍ਰਾਸ ਕਰ ਸਕਦੇ। ਉਸ ਬੇਸਿਸ ਤੇ ਦੇਖਿਆ ਜਾਵੇ ਤਾਂ ਪਹਿਲਾਂ 100% ਫਾਈਨੈਂਸ ਚਾਹੀਦਾ ਜੋ ਕਿ ਤੁਹਾਡੇ ਕੋਲ ਪ੍ਰੀ ਅਪਰੂਵਲ ਹੋਵੇ, ਉਸ ਤੋਂ ਬਾਅਦ ਤੁਹਾਡੀ ਹਾਊਸ ਹੰਟਿੰਗ ਚਾਹੀਦੀ ਹੈ ਜੀ। ਤੁਸੀਂ ਜਾ ਕੇ ਦੇਖੋ ਜੀ ਮੈਂ 3.5 ਤੋਂ 4 ਲੱਖ ਦੇ ਵਿੱਚ ਅਪਰੂਵਲ ਹੈ, ਆਹ ਮੇਰਾ ਸੈਗਮੈਂਟ ਹੈ, ਆਹ ਮੈਂ ਘਰ ਲੈਣੇ ਹੈ। ਆਈ ਥਿੰਕ ਉਹ ਜ਼ਿਆਦਾ ਬੈਟਰ ਹੈਗਾ ਸਾਰਿਆਂ ਵਾਸਤੇ ਜੀ। ਬਿਲਕੁਲ। ਤਾਂ ਦੋਸਤੋ ਮੋਰਟਗੇਜ ਐਕਸਪਰਟ ਸਾਡੇ ਨਾਲ ਬੈਠੇ ਨੇ AJ ਵਾਲੀਆ, ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਮੋਰਟਗੇਜ ਦੇ ਪ੍ਰਤੀ ਜਿਵੇਂ ਲੋਨ ਦੇ ਪ੍ਰਤੀ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਘਰ ਲੈਣਾ ਚਾਹੁੰਦੇ ਹੋ, ਆਪਣੇ ਸੁਪਨਿਆਂ ਦਾ ਘਰ ਲੈਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ, ਅੜਚਨ ਆ ਰਹੀ ਹੈ, ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ, ਸਾਨੂੰ ਨੀਚੇ ਕਮੈਂਟ ਕਰ ਸਕਦੇ ਹੋ। ਕੋਈ ਵੀ ਕੁਐਰੀ ਹੈਗੀ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਇਹਨਾਂ ਸ਼ੋਜ਼ ਨੂੰ ਤੁਸੀਂ ਸਾਡੇ YouTube ਚੈਨਲ ਨੂੰ ਤੁਸੀਂ ਹਨੀ ਵਾਲੀਆ ਸ਼ੋਜ਼ ਨੂੰ ਤੁਸੀਂ ਜਿਹੜਾ ਹੈਗਾ ਸਬਸਕ੍ਰਾਈਬ ਕਰ ਸਕਦੇ ਹੋ, ਫੇਸਬੁੱਕ ਪੇਜ ਲਾਈਕ ਕਰ ਸਕਦੇ ਹੋ। ਇਹਦੇ ਨਾਲ ਨਾਲ ਜਿਹੜਾ ਸਾਡਾ ਹਨੀ ਵਾਲੀਆ ਸ਼ੋਜ਼ ਦੇ ਵਿੱਚ ਇਹ ਸ਼ੋਅ ਹੈਗਾ ਸਾਡਾ ਰੀਅਲ ਐਸਟੇਟ ਗੁਰੂ, ਇਹ ਸਿਰਫ ਰੀਅਲ ਐਸਟੇਟ ਇੰਡਸਟਰੀ ਬਾਰੇ ਹੀ ਗੱਲਬਾਤ ਕੀਤੀ ਜਾ ਰਹੀ ਹੈ, ਪ੍ਰਾਪਰਟੀ ਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਪ੍ਰਾਪਰਟੀ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਜ਼ਰੂਰਤ ਹੈਗੀ ਆ ਉਹ ਇਸ ਸ਼ੋਅ ਦੇ ਵਿੱਚ ਪੂਰੀ ਕੀਤੀ ਜਾਏਗੀ, ਘਰੇ ਬੈਠੇ ਬਿਠਾਇਆ। ਮਗਰ ਜਿਹੜੇ ਬੈਂਕਸ ਦੀ ਗੱਲ ਹੁੰਦੀ, ਜਿਵੇਂ ਕਿਹਾ ਜਾਂਦਾ ਵੀ ਅਗਰ ਸਰਕਾਰੀ ਬੈਂਕ ਤੋਂ ਲਓ ਤਾਂ ਸ਼ਾਇਦ ਰੇਟ ਆਫ ਇੰਟਰਸਟ ਘੱਟ ਹੋਏਗਾ, ਅਗਰ ਅਸੀਂ ਪ੍ਰਾਈਵੇਟ ਬੈਂਕ ਤੋਂ ਲਈਏ ਤਾਂ ਮਤਲਬ ਜ਼ਿਆਦਾ ਹੁੰਦਾ। ਲੇਕਿਨ ਇੱਥੇ ਅਗਰ ਬੈਂਕਸ ਦੀ ਗੱਲ ਕਰੀਏ, ਬੈਂਕਸ ਤੁਹਾਨੂੰ ਕੀ ਲੱਗਦਾ ਕਿ ਕੋਈ ਪ੍ਰੈਫਰੈਂਸ ਰੱਖਣੀ ਚਾਹੀਦੀ ਹੈ ਬੰਦੇ ਨੂੰ ਵੀ ਮੈਂ ਫਲਾਣੇ ਬੈਂਕ ਤੋਂ ਹੀ ਲੈਣਾ ਹੈ, ਕਿ ਜਾਂ ਉਹਦੇ ਲਈ ਓਪਨ ਹੋਣਾ ਚਾਹੀਦਾ ਵੀ ਜਿਹੜੇ ਬੈਂਕ ਤੋਂ ਉਹਨੂੰ ਅਵੇਲੇਬਿਲਿਟੀ ਮਿਲਦੀ ਹੈ ਤੇ ਉੱਥੋਂ ਉਹਨੂੰ ਜਿਹੜੀ ਗ੍ਰੈਬ ਕਰਨੀ ਚਾਹੀਦੀ ਹੈ? ਬੈਂਕਸ ਦਾ ਕੀ ਇੱਥੇ ਰੋਲ ਰਹਿੰਦਾ? ਤੁਸੀਂ ਕੀ ਪ੍ਰੈਫਰ ਕਰਦੇ ਹੋ? ਕਿਸ ਤਰ੍ਹਾਂ ਦੇ ਬੈਂਕ ਹੈਗੇ ਨੇ ਤੇ ਕਿਸ ਤਰ੍ਹਾਂ ਉਹ ਤੁਸੀਂ ਬੈਂਕਸ ਨੂੰ ਡਿਵਾਈਡ ਕਰਦੇ ਹੋ ਇੱਕ ਮੋਰਟਗੇਜ ਦੇ ਵਿੱਚ? ਬੈਂਕਸ 'ਚ ਡਿਪੈਂਡ ਕਰਦਾ ਹੈਗਾ ਤੁਸੀਂ ਕਿਹੜੇ ਬੈਂਕ ਨਾਲ ਡੀਲ ਕਰ ਰਹੇ ਹੋ। ਕਈ ਵਾਰੀ ਹੁਣ ਜੇ ਆਪਾਂ ਕਹਿ ਦਈਏ ਮੇਰੀ ਬੈਂਕਿੰਗ ਹੁਣ ਇਸ ਬੈਂਕ ਨਾਲ ਮੇਜਰ ਬੈਂਕਿੰਗ ਮੇਰੀ ਚੱਲ ਰਹੀ ਹੈ, ਮੇ ਬੀ ਉਹ ਬੈਂਕ ਮੈਨੂੰ ਬੈਸਟ ਰੇਟ ਦੇ ਸਕੇ based on the existing relationship, because bank ਦੇਖਦੇ ਜ਼ਰੂਰ ਹੈ ਕਿ ਇੱਕ ਰਿਲੇਸ਼ਨਸ਼ਿਪ ਹੋਵੇ, ਕਿਉਂ ਅਸੀਂ ਆ ਰੇਟ ਦੇ ਰਹੇ ਹਾਂ। ਰੇਟਸ ਕਾਫੀ ਫਲਕਚੁਏਟਿੰਗ ਹੈ, ਹਰ ਇੱਕ ਡਿਫਰੈਂਟ ਤਰ੍ਹਾਂ ਦੇ ਇੱਥੇ ਲੈਂਡਰਸ ਹੈ, ਕਿੰਨੇ ਮੋਨੋ ਲੈਂਡਰਸ ਹੈਗੇ ਹੈ, ਬਟ ਦੇਖਿਆ ਜਾਵੇ ਤਾਂ ਡੀਲ ਬੈਂਕਸ ਨਾਲ ਕਰਨਾ ਹੀ ਬੈਟਰ ਹੈ। ਬੀ ਲੈਂਡਰਸ ਵੀ ਹੈਗੇ ਹੈ, ਬਟ ਮੈਂ ਫਿਰ ਵੀ ਚਾਹੁੰਦਾ ਕਿ ਲੋਕ ਜ਼ਿਆਦਾ ਪ੍ਰੈਫਰ ਬੈਂਕਸ ਨੂੰ ਕਰਨ, ਕਿਉਂਕਿ ਬੈਂਕਸ ਜਦਾਂ ਹੈ ਕਿ ਹਨੀ ਜੀ ਤੁਸੀਂ ਇੱਕ ਬੈਂਕ 'ਚ ਜਾ ਸਕਦੇ ਹੋ, ਤੁਹਾਨੂੰ ਕਿਤੇ ਉਸ ਬੈਂਕ 'ਚ ਪ੍ਰੋਬਲਮ ਆ ਰਹੀ ਕਿਸੇ ਸਰਟਨ ਐਡਵਾਈਜ਼ਰ ਨਾਲ ਜੋ ਤੁਹਾਨੂੰ ਆਨਸਰ ਨਹੀਂ ਦੇ ਪਾ ਰਿਹਾ, ਤੁਸੀਂ ਲਿਟਰਲੀ ਉਸ ਬ੍ਰਾਂਚ ਚੋਂ ਨਿਕਲ ਕੇ ਦੂਸਰੀ ਬ੍ਰਾਂਚ 'ਚ ਜਾ ਕੇ ਆਨਸਰ ਲੱਭ ਸਕਦੇ ਹੋ, ਕਿਉਂਕਿ ਕਾਫੀ ਵੱਡੀ ਆਰਗੇਨਾਈਜੇਸ਼ਨਸ ਹੈਗੀਆਂ। ਸੋ ਇਦਾਂ ਦੇ ਇਸ਼ੂਜ਼ ਨਹੀਂ ਆਉਂਦੇ, ਐਂਡ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਉਹਨਾਂ ਨੂੰ ਐਕਚੁਅਲੀ ਬੈਂਕਸ ਨਾਲ ਹੀ ਡੀਲ ਕਰਨਾ ਚਾਹੀਦਾ ਜ਼ਿਆਦਾ, ਕਿਉਂਕਿ ਇੱਥੇ ਬ੍ਰੋਕਰਸ ਵੀ ਹੈ, ਡਿਫਰੈਂਟ ਲੈਂਡਰਸ ਹੈ, ਬਹੁਤ ਵਾਸਟ ਵੈਰਾਈਟੀ ਹੈਗੀ ਕੈਨੇਡਾ 'ਚ ਲੈਂਡਿੰਗਸ ਦੀ, ਜੋ ਕਿ ਕਾਫੀ ਅੱਛੀ ਗੱਲ ਹੈ, ਬਟ ਬੈਟਰ ਹੈ ਨੌਲੇਜ ਹੋਵੇ। ਜੇ ਨੌਲੇਜ ਹੈਗੀ ਹੈ, ਜੇ ਨਹੀਂ ਵੀ ਹੈਗੀ, ਪਹਿਲਾਂ ਤੁਸੀਂ ਬੈਂਕਸ ਨੂੰ ਟਰਸਟ ਕੀਤਾ ਜਾਵੇ, ਬਿਕੋਜ਼ ਇਹ ਬਹੁਤ ਵੱਡੀ ਆਰਗੇਨਾਈਜੇਸ਼ਨਸ ਹੈ, ਇਹਨਾਂ ਦੇ ਆਨਸਰਸ ਕਾਫੀ ਐਕੂਰੇਟ ਹੁੰਦੇ ਆ। ਤੁਹਾਨੂੰ ਕੋਈ ਵੀ ਪ੍ਰੋਬਲਮਸ ਆਉਂਦੀ ਤੁਸੀਂ ਰਾਈਟ ਵੇ ਜਾ ਕੇ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ, ਐਂਡ ਇਹਨਾਂ ਦਾ ਇੰਨੀ ਵੱਡੀ ਆਰਗੇਨਾਈਜੇਸ਼ਨਸ ਦਾ 24 ਆਵਰਸ ਬੈਂਕਿੰਗ ਲਾਈਨ ਚੱਲ ਰਹੀ ਹੈ, ਫੋਨ ਕਾਲਸ, ਟੈਲੀਫੋਨ ਬੈਂਕਿੰਗ ਸੈਂਟਰਸ, ਕਿੰਨੀਆਂ ਹੀ ਡਿਫਰੈਂਟ ਲਾਈਨਸ ਹੈਗੀਆਂ ਜੋ ਕਿ ਤੁਹਾਨੂੰ ਇਸ ਚੀਜ਼ਾਂ ਨੂੰ ਪ੍ਰੋਸੈਸ ਕਰਨ ਨੂੰ ਈਜ਼ੀ ਕਰ ਦਿੰਦੀ ਹੈ। ਅੱਛਾ, ਇਹ ਤਾਂ ਸੀ ਵੀ ਜਿਹਨੇ ਫਸਟ ਬਾਇਰ ਹੈ, ਜਿਹਨੂੰ ਐਂਡ ਯੂਜ਼ਰ ਕਹਿ ਦਿੰਦੇ, ਜਿਹਨੇ ਪਹਿਲੀ ਦਫਾ ਘਰ ਲੈਣਾ ਹੈਗਾ ਉਹਦੇ ਲਈ। ਲੇਕਿਨ ਕੁਝ ਸਾਡੇ ਇੱਦਾਂ ਦੇ ਦਰਸ਼ਕ ਹੈਗੇ ਨੇ ਜਿਹੜੇ ਆਲਰੇਡੀ ਮੋਰਟਗੇਜ ਲਈ ਬੈਠੇ ਨੇ, ਜਾਂ ਉਹਨਾਂ ਨੂੰ 5-5 10-10 ਸਾਲ ਹੋ ਚੁੱਕੇ ਨੇ, ਜਾਂ ਕਿ ਕਿਸੇ ਨੇ 2 ਸਾਲ ਹੋ ਗਏ, ਜਿਹੜਾ ਕਿ ਆਪਣਾ ਸੈਕੰਡ ਹੋਮ ਲੈਣਾ ਚਾਹੁੰਦੇ ਨੇ, ਜਿਨ੍ਹਾਂ ਦੀ ਆਲਰੇਡੀ ਮੋਰਟਗੇਜ ਚੱਲ ਰਹੀ ਹੈ, ਕੀ ਉਹ ਦੂਸਰੀ ਮੋਰਟਗੇਜ ਲੈ ਸਕਦੇ ਨੇ? ਕੀ ਇਹ ਆਪਸ਼ਨਸ ਹੁੰਦੀਆਂ ਨੇ? ਲੈ ਸਕਦੇ ਜੀ, ਡੈਫੀਨਿਟਲੀ ਲੈ ਸਕਦੇ। ਉਹਨਾਂ ਕੋਲ ਬਹੁਤ ਸਕੋਪ ਹੈਗਾ, ਜਿਨ੍ਹਾਂ ਦੇ ਆਲਰੇਡੀ ਹੁਣ ਕਈਆਂ ਦੇ ਕੋਲ ਮੋਰਟਗੇਜ 10 ਸਾਲ ਪਹਿਲਾਂ ਲਈ ਹੈ, 10 ਸਾਲਾਂ 'ਚ ਉਹਨਾਂ ਨੇ 1.5 ਲੱਖ ਰੁਪਇਆ ਹਿਸਟਰੀ ਵਧੀਆ, ਉਹਨਾਂ ਦੀ ਐਕੁਇਟੀ ਉਹਨਾਂ ਦੇ ਘਰ 'ਚ ਪਈ ਹੈ, ਜੋ ਕਿ ਬੈਂਕ ਦੇਖਦਾ ਉਹਨੂੰ ਅਸੀਂ ਕਹਿੰਦੇ ਆ ਫਾਲ ਬੈਕ। ਜੇ ਨਵਾਂ ਘਰ ਲੈਂਦੇ ਕੋਈ ਗੱਲ ਨਹੀਂ,
ਉਹਨਾਂ ਦੇ ਪੁਰਾਣੇ ਘਰ 'ਚ ਇੰਨੀ ਐਕੁਇਟੀ ਹੈਗੀ ਹੈ ਜੋ ਐਜ਼ ਅ ਸਿਕਿਉਰਿਟੀ ਅਸੀਂ ਉਹਨੂੰ ਸਿਕਿਉਰ ਵੀ ਕਰ ਸਕਦੇ ਹੋ ਜਾਂ ਅਨਸਿਕਿਉਰਟੀ, ਬਟ ਉਹਨੂੰ ਕੰਸੀਡਰ ਜ਼ਰੂਰ ਕੀਤਾ ਜਾਂਦਾ ਜੇ ਕਿਸੇ ਨੇ ਰੀਪੇਮੈਂਟ ਹਿਸਟਰੀ ਵਧੀਆ ਕੀਤੀ ਹੋਵੇ। ਜੀ ਬਿਲਕੁਲ। ਤਾਂ ਅਗਰ ਤੁਸੀਂ ਸੈਕਿੰਡ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣਾ ਫਸਟ ਘਰ ਲੈਣਾ ਚਾਹੁੰਦੇ ਹੋ, ਮੋਰਗੇਜ ਦੇ ਪੱਤਰੀ ਕੋਈ ਵੀ ਸਵਾਲ ਹੈਗਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਤੁਸੀਂ ਕੰਟੈਕਟ ਸਾਨੂੰ ਮੈਸੇਜ ਦੇ ਰਾਹੀਂ ਆਪਣੇ ਫੋਨ ਨੰਬਰ ਭੇਜ ਸਕਦੇ ਹੋ ਤਾਂ ਕਿ ਸਾਡੇ ਐਕਸਪਰਟਸ ਤੁਹਾਨੂੰ ਜਿਹੜੀ ਹੈਗੀ ਆ ਤੁਹਾਡੇ ਸਵਾਲਾਂ ਦੇ ਪੂਰੇ ਜਵਾਬ ਦੇ ਸਕਣ। ਆਪਣਾ ਨਾਮ ਤੇ ਆਪਣਾ ਸਵਾਲ ਸਾਨੂੰ ਜ਼ਰੂਰ ਭੇਜ ਸਕਦੇ ਹੋ।